Hello students, in this presentation we shall be discussing provisions of assistive devices. That is कि जे आप inclusive education ਦੀ ਗੱਲ ਕਰੀਏ ਉਹਦੇ ਵਿੱਚ ਸਾਨੂੰ ਸਹਿਯੋਗ ਦੇਣ ਵਾਲੀਆਂ ਜਾਂ help ਕਰਨ ਵਾਲੀਆਂ what all assistive devices are available with us. Beginning the presentation, first of all we will see the basic facts in the sense ਕਿ ਕਿਉਂ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ. ਜੇ ਆਪਾਂ ਦੇਖੀਏ ਤਾਂ ਰਿਸਰਚ ਪ੍ਰੂਫ ਕਰਦੀ ਹੈ ਕਿ ਵਰਲਡ ਓਵਰ 1 ਬਿਲੀਅਨ ਪੀਪਲ 1 ਬਿਲੀਅਨ ਪੀਪਲ ਇਹੋ ਜਿਹੇ ਹਨ ਜਿਨ੍ਹਾਂ ਨੂੰ ਇੱਕ ਜਾਂ ਇੱਕ ਤੋਂ ਵੱਧ ਅਸਿਸਟਿਵ ਡਿਵਾਈਸ ਦੀ ਲੋੜ ਹੈ. ਐਂਡ ਉਸਦੇ ਨਾਲ ਜਿਵੇਂ ਕਿ ਆਪਣੀ ਪੋਪੂਲੇਸ਼ਨ ਵੀ ਏਜ ਆਊਟ ਹੋ ਰਹੀ ਹੈ, ਬਜ਼ੁਰਗ ਹੋ ਰਹੇ ਨੇ ਐਂਡ ਕਮਿਊਨੀਕੇਬਲ ਨੋਨ ਕਮਿਊਨੀਕੇਬਲ ਜਿਹੜੀਆਂ ਡਿਜ਼ੀਜ਼ਸ ਹੈ ਜਿਵੇਂ ਡਾਇਬੀਟੀਜ਼ ਵਗੈਰਾ ਉਹਦਾ ਵਾਧਾ ਇੰਨਾ ਜ਼ਿਆਦਾ ਹੋ ਰਿਹਾ ਕਿ ਇਹ ਪ੍ਰੈਡਿਕਟ ਕੀਤਾ ਜਾ ਰਿਹਾ ਕਿ 2030 ਤੱਕ ਆਲਮੋਸਟ 2 ਬਿਲੀਅਨ ਪੀਪਲ ਇਹੋ ਜਿਹੇ ਹੋ ਜਾਣਗੇ, ਦੈਟ ਇਜ਼ ਡਬਲ ਹੋ ਜਾਣਗੇ ਜਿਨ੍ਹਾਂ ਨੂੰ ਇਹਨਾਂ ਅਸਿਸਟਿਵ ਜਾਂ ਹੈਲਪਿੰਗ ਏਡਸ ਦੀ ਲੋੜ ਹੋਊਗੀ. ਸੋ ਜੇ ਆਪਾਂ ਅੱਜ ਦੀ ਮੌਜੂਦਾ ਸਥਿਤੀ ਲਗਾਈਏ ਤਾਂ ਦੈਟ ਇਜ਼ 1 in 10 ਪੀਪਲ, 10 ਵਿੱਚੋਂ ਇੱਕ ਬੰਦਾ ਇਹੋ ਜਿਹਾ ਜਿਸ ਨੂੰ ਜਿਹੜਾ ਇਸ ਲੋੜ ਦੇ ਵਿੱਚ ਸ਼ਾਮਲ ਹੈ ਕਿ ਉਸਨੂੰ ਕੋਈ ਨਾ ਕੋਈ ਹੈਲਪਿੰਗ ਪ੍ਰੋਡਕਟ ਚਾਹੀਦਾ. ਸੋ ਇਹ ਆਪਾਂ ਇੱਥੇ ਡਿਸੇਬਲਡ ਬੱਚਿਆਂ ਦੀ ਗੱਲ ਨਹੀਂ ਕਰ ਰਹੇ, ਨੋਰਮਲ ਪੋਪੂਲੇਸ਼ਨ ਦੇ ਵਿੱਚ. ਐਂਡ ਜੇ ਆਪਾਂ ਡਿਸੇਬਲਡ 'ਤੇ ਲਗਾਈਏ ਤਾਂ ਆਪਣੇ ਕੋਲ 200 ਮਿਲੀਅਨ ਪੀਪਲ ਹੈ ਵਰਲਡ ਓਵਰ ਜੋ ਕਿ low vision ਹੈ ਉਹਨਾਂ ਦੀ. that means they cannot see properly and plus alarming fact ਇਹ ਹੈ ਕਿ ਇਹ 200 ਮਿਲੀਅਨ ਉਹ ਲੋਕ ਹੈ ਜਿਨ੍ਹਾਂ ਨੂੰ ਅਸੈਸ ਨਹੀਂ ਹੈ ਅਸਿਸਟਿਵ ਪ੍ਰੋਡਕਟਸ ਦੀ, ਮਤਲਬ ਉਹਨਾਂ ਕੋਲ ਕੋਈ ਨਾ ਸਪੈਕਸ ਹੈ ਨਾ ਕੋਈ ਏਡਸ ਹੈ ਜਿਸ ਦੇ ਨਾਲ ਉਹ ਠੀਕ ਤਰ੍ਹਾਂ ਦੇਖ ਸਕਣ. ਉਸ ਤੋਂ ਇਲਾਵਾ ਨੈਕਸਟ ਆਪਣੇ ਕੋਲ ਹੈ ਕਿ 75 ਮਿਲੀਅਨ ਪੀਪਲ ਨੂੰ ਵੀਲ ਚੇਅਰ ਚਾਹੀਦੀ ਹੈ, ਜਦ ਕਿ ਵੀਲ ਚੇਅਰ ਓਨਲੀ 5% ਜਾਂ 10% 5 to 15% ਲੋਕ ਇਹ ਜਿਹੇ ਜਿਨ੍ਹਾਂ ਕੋਲ ਵੀਲ ਚੇਅਰ ਦਾ ਅਸੈਸ ਹੈ. ਸੋ ਜੇ 75 ਮਿਲੀਅਨ ਪੀਪਲ ਨੂੰ ਵੀਲ ਚੇਅਰ ਚਾਹੀਦਾ ਉਸ ਵਿੱਚੋਂ ਆਪਣੇ ਕੋਲ ਸਿਰਫ 5% to 15% ਪੀਪਲ ਹੈ ਜਿਨ੍ਹਾਂ ਕੋਲ ਐਟਲੀਸਟ ਇੱਕ ਵੀਲ ਚੇਅਰ ਦਾ ਅਸੈਸ ਹੈ. ਦੈਨ ਹੀਅਰਿੰਗ ਲੋਸ ਦੀ ਜੇ ਆਪਾਂ ਗੱਲ ਕਰੀਏ ਤਾਂ 466 ਮਿਲੀਅਨ ਪੀਪਲ ਗਲੋਬਲੀ ਵਰਲਡ ਓਵਰ ਹੀਅਰਿੰਗ ਲੋਸ ਨੂੰ ਮਹਿਸੂਸ ਕਰ ਰਹੇ ਨੇ. ਐਂਡ ਕਰੰਟਲੀ ਜਿਹੜੇ ਆਪਣੇ ਕੋਲ ਐਗਜ਼ਿਸਟਿੰਗ ਹੀਅਰਿੰਗ ਏਡ ਦੀ ਪ੍ਰੋਡਕਸ਼ਨ ਹੈ, ਮਤਲਬ ਆਪਾਂ ਇਹ ਨਹੀਂ ਕਹਿ ਰਹੇ ਕਿ ਜਿਹੜੀ ਆਪਣੇ ਕੋਲ ਲੋਕੀ ਇੰਨੇ ਖਰੀਦ ਪਾ ਰਹੇ ਨੇ, ਜਿਹੜੀ ਪ੍ਰੋਡਿਊਸ ਕਰ ਰਹੇ ਆਪਾਂ ਬਣਾ ਰਹੇ ਹਾਂ ਉਹ ਸਿਰਫ 10% ਆਫ ਦੀ ਗਲੋਬਲ ਨੀਡ ਨੂੰ ਮੀਟ ਕਰੇਗੀ. ਸੋ 10% ਆਫ ਦੀ ਜਿਹੜੀ ਆਪਣੀ ਨੀਡ ਹੈ ਉਹ ਪੂਰੀ ਹੋ ਸਕਦੀ ਹੈ ਵਿਦ ਆਰ ਪ੍ਰੋਡਕਸ਼ਨ ਰੇਟ. ਸੋ ਇਸ ਨਾਲ ਉਸਦੇ ਨਾਲ ਦੂਜੀ ਕੀ ਪ੍ਰੋਬਲਮ ਹੈ, ਹੁਣ ਆਪਣੇ ਕੋਲ ਕੀ ਹੈ ਵਰਕਫੋਰਸ ਸ਼ਾਰਟੇਜ ਵੀ ਹੈ. ਵਰਕਫੋਰਸ ਸ਼ਾਰਟੇਜ ਦਾ ਮਤਲਬ ਹੈ ਕਿ ਜਿਵੇਂ ਸਪੋਜ਼ ਲੋਕ ਜੋ ਸਾਨੂੰ ਹੈਲਪ ਕਰ ਸਕਣ. ਸੋ ਇਟ ਇਜ਼ ਨਾਟ ਕਿ ਅਸੀਂ ਵੀਲ ਚੇਅਰ ਬਣਾਤੀ, ਬਟ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰੀਏ ਉਹ ਵੀਲ ਚੇਅਰ ਆਪਰੇਟ ਕਰਨੀ ਵੀ ਆਉਣੀ ਚਾਹੀਦੀ ਹੈ. ਸੋ ਸਾਨੂੰ ਕੋਈ ਨਾ ਕੋਈ ਇਹੋ ਜਿਹਾ ਟ੍ਰੇਨਰ ਜਾਂ ਐਕਸਪਰਟ ਚਾਹੀਦਾ. ਸੋ ਜੋ ਕਿ ਐਗਜ਼ਿਸਟ ਪੋਪੂਲੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਵਰਲਡ ਓਵਰ ਉਸਦੀ ਬਹੁਤ ਵੱਡੀ ਸ਼ਾਰਟੇਜ ਹੈ. ਸੋ ਆਪਣੇ ਕੋਲ ਜਿਵੇਂ 75% ਕੰਟਰੀਜ਼ ਦੇ ਵਿੱਚ ਤਾਂ ਸਾਡੇ ਕੋਲ ਕੋਈ ਟ੍ਰੇਨਿੰਗ ਪ੍ਰੋਗਰਾਮ ਹੀ ਨਹੀਂ ਹੈ ਜਿਸ ਦੇ ਨਾਲ ਅਸੀਂ ਹੈਲਪਰਸ ਨੂੰ ਟ੍ਰੇਨ ਕਰ ਸਕੀਏ. ਸੋ ਜੋ ਇਹਨਾਂ ਕਹਿੰਦੇ ਕਿ ਮਤਲਬ ਨਾਓ ਸੀ 75% ਇਜ਼ ਅ ਵੈਰੀ ਬਿਗ ਨੰਬਰ, ਬਟ 75% ਲੋਕ ਸਾਡੇ ਕੋਲ ਮਤਲਬ ਕੰਟਰੀਜ਼ ਦੇ ਕੋਲ ਤਾਂ ਟ੍ਰੇਨਰਸ ਹੈ ਹੀ ਨਹੀਂ. ਸੋ ਉੱਥੋਂ ਦੇ ਜਿਹੜੇ ਡਿਸੇਬਲਡ ਬੱਚੇ ਹੈ ਉਹ ਕਿਸ ਤਰ੍ਹਾਂ ਇਹਨਾਂ ਟੀਚਿੰਗ ਏਡਸ ਅਸਿਸਟਿਵ ਏਡਸ ਦੀ ਯੂਜ਼ ਕਰਨ ਦੇ ਵਿੱਚ ਆਪਣੇ ਆਪ ਨੂੰ ਮਤਲਬ ਹੈਂਡੀਕੈਪ ਪਾ ਰਹੇ ਨੇ ਕਿ ਹੁੰਦੇ ਹੋਏ ਵੀ ਜੇ ਉਹਨਾਂ ਕੋਲ ਡਿਸੇਬਲਡ ਬੱਚਿਆਂ ਲਈ ਕੋਈ ਨਾ ਕੋਈ ਅਸਿਸਟਿਵ ਟੈਕਨੀਕਸ ਹੈਗੀਆਂ ਬਟ ਉਹਨਾਂ ਨੂੰ ਯੂਜ਼ ਕਰਨ ਲਈ ਉਹਨਾਂ ਕੋਲ ਕੋਈ ਹੈਲਪਰਸ ਨਹੀਂ ਹੈ ਜੋ ਉਹਨਾਂ ਨੂੰ ਗਾਈਡ ਕਰ ਸਕਣ ਹਾਊ ਟੂ ਯੂਜ਼ ਇਟ. ਦੈਨ ਆਪਾਂ ਜੇ ਸਪੋਜ਼ ਅਸਿਸਟਿਵ ਟੈਕਨੋਲੋਜੀ ਦਾ ਕਨਸੈਪਟ ਸਮਝਣ ਲਈ 4 ਸਟੇਟਮੈਂਟਸ ਹੈ ਜਿਹਨਾਂ ਨੂੰ ਬੜੇ ਧਿਆਨ ਨਾਲ ਪੜ੍ਹਨਾ ਚਾਹੀਦਾ ਜਾਂ ਪੜ੍ਹਨ ਦੀ ਲੋੜ ਹੈ. ਕਿ ਸਪੋਜ਼ ਆਪਣੇ ਕੋਲ ਇੱਕ ਸਟੂਡੈਂਟ ਹੈ ਜਿਹਨੂੰ ਕੀ ਹੈ ਵੀ ਹੈਵ ਅ ਸਟੂਡੈਂਟ ਵਿਦ ਡਿਸੇਬਿਲਿਟੀ. ਸੋ ਫਸਟ ਆਫ ਆਲ ਵੀ ਵਿਲ ਹੈਵ ਅ ਸਟੂਡੈਂਟ ਹੂ ਇਜ਼ ਡਿਸੇਬਲਡ, ਬਟ ਉਹ ਡਿਸੇਬਲਡ ਬੱਚਾ ਕੋਈ ਕੰਮ ਕਰਨਾ ਚਾਹੁੰਦਾ, ਹੀ ਵਾਂਟਸ ਟੂ ਪਰਫੋਰਮ ਐਨ ਐਕਟੀਵਿਟੀ. ਉਸ ਐਕਟੀਵਿਟੀ ਨੂੰ ਪਰਫੋਰਮ ਕਰਨ ਲਈ ਉਹ ਕੀ ਯੂਜ਼ ਕਰ ਰਹੇ ਟੈਕਨੋਲੋਜੀ ਜਾਂ ਡਿਵਾਈਸ ਜਿਹਦਾ ਇੱਕ ਕੰਟੈਕਸਟ ਹੈ. ਇਨ ਦਾ ਸੈਂਸ ਕਿ ਜੇ ਮੈਂ ਪੜ੍ਹਨਾ ਚਾਹ ਰਹੀ ਹਾਂ ਤਾਂ ਮੈਂ ਉਹ ਟੈਕਨੋਲੋਜੀ ਯੂਜ਼ ਕਰੀ ਜੋ ਮੈਨੂੰ ਪੜ੍ਹਨ 'ਚ ਹੈਲਪ ਕਰੇ. ਇਹ ਨਹੀਂ ਹੈ ਕਿ ਮੈਂ ਚਾਹੁੰਦੀ ਤਾਂ ਪੜ੍ਹਨਾ ਬਟ ਤੁਸੀਂ ਮੈਨੂੰ ਇੱਕ ਆਈ ਐਮ ਬਲਾਈਂਡ ਸਪੋਜ਼ ਐਂਡ ਆਈ ਵਾਂਟ ਟੂ ਰੀਡ ਅ ਬੁੱਕ, ਬਟ ਵਾਟ ਯੂ ਡੂ ਇਜ਼ ਤੁਸੀਂ ਮੈਨੂੰ ਇੱਕ ਛੜੀ ਫੜਾ ਦਿਓ. ਛੜੀ ਵਿਲ ਨਾਟ ਹੈਲਪ ਮੀ ਟੂ ਰੀਡ ਅ ਬੁੱਕ. ਸੋ ਦੈਟ ਕੇਨ ਸਟਿਕ ਇਜ਼ ਨਾਟ ਐਨ ਅਸਿਸਟਿਵ ਡਿਵਾਈਸ ਫॉर अ ब्लाइंड पर्सन हु वांट्स टू रीड अ बुक. सो ਇਹਦਾ ਮਤਲਬ ਜੇ ਇੱਕ ਬਲਾਈਂਡ ਬੰਦਾ ਬੁੱਕ ਰੀਡ ਕਰਨਾ ਚਾਹੁੰਦਾ ਹੈ ਐਂਡ ਜੇ ਸਾਡੇ ਕੋਲ ਕੋਈ ਆਡੀਓ ਰੀਡਰ ਹੈ then that audio reader is a assistive device, but cane stick is not an assistive device for the person, right? So technology ਇੱਕ ਐਸੀ ਟੈਕਨੋਲੋਜੀ ਜਾਂ ਡਿਵਾਈਸ ਜਿਹਦੇ ਵਿੱਚ ਇਹ ਸਾਰੇ 4 ਕੰਪੋਨੈਂਟਸ ਕੰਪਲੀਟ ਕਰਦੀ ਹੋਵੇ ਉਹਨੂੰ ਆਪਾਂ ਅਸਿਸਟਿਵ ਟੈਕਨੋਲੋਜੀ ਕਹਿੰਦੇ ਆ. Now if you see the definition of assistive technology, what do you mean by assistive technology? Then it is any item or piece of an equipment or a product. कोई भी item भी हो सकती है, उस item का एक छोटा piece भी हो सकता है किसी equipment का
ਜਾਂ ਕੋਈ ਪ੍ਰੋਡਕਟ ਜਿਸ ਦੇ ਨਾਲ ਕੀ ਹੁੰਦਾ, ਜਿਹੜੇ ਆਪਣੇ ਕੋਲ ਡਾਈਵਰਸ ਲਰਨਰਸ ਨੇ, ਜਿਹੜੇ ਆਪਣੇ ਕੋਲ ਵੱਖ-ਵੱਖ ਤਰ੍ਹਾਂ ਦੇ ਲੋਕ ਆ। ਆਪਾਂ ਇੱਥੇ ਅਸਿਸਟਿਵ ਟੈਕਨੋਲੋਜੀ ਇਕੱਲੀ ਡਿਸੇਬਲਡ ਬੱਚੇ ਲਈ ਨਹੀਂ ਯੂਜ਼ ਕਰ ਰਹੇ, ਨੋਰਮਲ ਬੱਚੇ ਲਈ ਵੀ ਯੂਜ਼ ਹੁੰਦੀਆਂ ਨੇ। ਉਹਨਾਂ ਡਾਈਵਰਸ ਲਰਨਰਸ ਦੀ ਜੋ ਡਿਫਰੈਂਟ ਬੱਚੇ ਆ ਆਪਣੇ ਕੋਲ, ਉਹਨਾਂ ਦੀ ਕੀ ਵਧਾ ਦਿੰਦੇ ਨੇ, ਉਹ ਫੰਕਸ਼ਨਲ ਕੈਪੇਬਿਲਿਟੀ ਨੂੰ ਇਨਕਰੀਜ਼ ਕਰਦੇ ਨੇ। ਸੋ ਦੈਟ ਮੀਨਸ ਜਿਵੇਂ ਸਪੋਜ਼ ਕਲਾਸ ਦੇ ਵਿੱਚ ਆਪਾਂ ਨੋਰਮਲ ਕਲਾਸਰੂਮ 'ਚ ਵੀ ਲਾਈਏ, ਆਪਾਂ ਕਹਿੰਦੇ ਵਾਈ ਡੂ ਵੀ ਯੂਜ਼ ਅ ਚਾਰਟ, ਬਿਕੋਜ਼ ਚਾਰਟ ਤੁਹਾਡੀ ਸਮਝ ਨੂੰ ਇਨਕਰੀਜ਼ ਕਰ ਦਿੰਦਾ। ਸੋ ਜਿਸ ਦੇ ਨਾਲ ਕੋਈ ਵੀ ਐਸੀ ਡਿਵਾਈਸ ਜਿਸ ਦੇ ਨਾਲ ਬੱਚਿਆਂ ਦੀ ਫੰਕਸ਼ਨਲ, ਉਹਨਾਂ ਦੀ ਕਾਰਜਸ਼ੀਲਤਾ ਦੇ ਵਿੱਚ ਵਾਧਾ ਹੋਵੇ, ਐਂਡ ਪਲੱਸ ਉਸ ਵਾਧੇ ਨੂੰ ਉਹ ਮੇਨਟੇਨ ਕਰਨ 'ਚ ਵੀ ਹੈਲਪ ਕਰੇ। ਸਪੋਜ਼ ਤੁਸੀਂ ਇੱਕ ਵਾਰ ਕਿਸੇ ਨੂੰ ਟ੍ਰੇਨਿੰਗ ਦੇਤੀ ਸਾਈਨ ਲੈਂਗੁਏਜ ਦੀ, ਬਟ ਉਸ ਸਾਈਨ ਲੈਂਗੁਏਜ ਨੂੰ ਜੇ ਆਪਾਂ ਯੂਜ਼ ਨਹੀਂ ਕਰਾਂਗੇ ਤਾਂ ਭੁੱਲ ਜਾਵਾਂਗੇ। ਸੋ ਸਮ ਟੈਕਨੋਲੋਜੀ ਵਿਚ ਹੈਲਪ ਅਸ ਟੂ ਮੇਨਟੇਨ ਦੈਟ ਇੰਕਰੀਜ਼, ਜਾਂ ਸਾਡੀ ਆਲਰੇਡੀ ਐਗਜ਼ਿਸਟਿੰਗ ਜੋ ਹੈ ਉਸਨੂੰ ਇੰਪਰੂਵ ਕਰਦਾ। ਕਿ ਜੋ ਪੁਰਾਣੀ ਸਾਡੇ ਕੋਲ, ਜਿਵੇਂ ਆਪਣੇ ਕੋਲ ਪਹਿਲਾਂ ਮੋਬਾਈਲ ਫੋਨ ਸਿੰਪਲ ਸੀ, ਫਿਰ ਸਮਾਰਟਫੋਨਸ ਆ ਗਏ, ਤਾਂ ਸਮਾਰਟਫੋਨਸ ਨੇ ਕੀ ਕੀਤਾ, ਮੋਬਾਈਲ ਫੋਨਸ ਦੀ ਜੋ ਸਿੰਪਲ ਯੂਜ਼ ਹੈ ਉਹਨੂੰ ਇੰਪਰੂਵ ਕਰਤਾ। ਜਦ ਆਪਾਂ ਅਸਿਸਟਿਵ ਟੈਕਨੋਲੋਜੀਜ਼ ਦੀ ਇਹ ਕਲਾਸੀਫਿਕੇਸ਼ਨਸ ਦਿੱਤੀਆਂ ਹੋਈਆਂ ਨੇ ਕਿ ਬੇਸਿਕਲੀ ਯੂ ਹੈਵ ਡਿਫਰੈਂਟ ਕਾਈਂਡਸ ਆਫ ਕੈਟਾਗਰੀਜ਼ ਆਫ ਅਸਿਸਟਿਵ ਟੈਕਨੋਲੋਜੀ, ਜਿਨ੍ਹਾਂ ਨੂੰ ਆਪਾਂ ਇਹਨਾਂ 10 ਕੈਟਾਗਰੀਜ਼ ਵਿੱਚ ਡਿਵਾਈਡ ਕਰ ਸਕਦੇ ਹਾਂ। ਅਦਰਵਾਈਜ਼ ਜਦੋਂ ਆਪਾਂ ਜੇ ਔਨ ਦੀ ਯੂਜ਼ ਆਫ ਟੈਕਨੋਲੋਜੀ, ਕਿ ਇੱਕ ਅਸਿਸਟਿਵ ਟੈਕਨੋਲੋਜੀ ਦੇ ਵਿੱਚ ਜਾਂ ਕਿਸੇ ਡਿਵਾਈਸ ਦੇ ਵਿੱਚ ਕਿੰਨੀ ਟੈਕਨੋਲੋਜੀ ਇੰਕਲੂਡ ਹੁੰਦੀ ਹੈ, ਉਹਦੇ ਬੇਸ 'ਤੇ ਅਸੀਂ ਉਹਨਾਂ ਨੂੰ 3 ਕੈਟਾਗਰੀਜ਼ ਵਿੱਚ ਡਿਵਾਈਡ ਕਰਦੇ ਹਾਂ। ਫਰਸਟ ਇਜ਼ ਨੋ ਟੈਕਨੋਲੋਜੀ, ਜਿਨ੍ਹਾਂ ਦੇ ਵਿੱਚ ਕਿਸੇ ਵੀ ਖਾਸ ਟੈਕਨੀਕ ਦੀ ਯੂਜ਼ ਨਹੀਂ ਹੈ। ਦੈਨ ਸੈਕਿੰਡ, ਜਿਨ੍ਹਾਂ ਦੇ ਵਿੱਚ ਟੈਕਨੀਕ ਤਾਂ ਚਾਹੀਦੀ ਹੈ ਬਟ ਲੋ ਟੈਕਨੀਕ ਹੈ, ਥੋੜ੍ਹੀ ਜਿਹੀ ਟੈਕਨੋਲੋਜੀ ਜਾਂ ਟ੍ਰੇਨਿੰਗ ਚਾਹੀਦੀ ਹੈ ਤੁਹਾਨੂੰ ਉਹਨੂੰ ਯੂਜ਼ ਕਰਨ ਲਈ। ਐਂਡ ਥਰਡ ਕੈਟਾਗਰੀ ਉਹਨਾਂ ਪ੍ਰੋਡਕਟਸ ਦੀ ਹੈ ਜਿਹਦੇ ਲਈ ਤੁਹਾਨੂੰ ਹਾਈ ਟੈਕਨੋਲੋਜੀ ਦੀ ਯੂਜ਼ ਹੈ। ਜਿਵੇਂ ਸਪੋਜ਼ ਨੋ ਟੈਕਨੋਲੋਜੀ ਦੇ ਵਿੱਚ ਕੀ ਆ ਜਾਂਦਾ, ਸਰਵਿਸ ਡੌਗ। ਜਿਵੇਂ ਤੁਹਾਡੇ ਕੋਲ ਯੂ ਮਸਟ ਹੈਵ ਸੀਨ ਕਿ ਆਪਾਂ ਜਨਰਲੀ ਕਈ ਮੂਵੀਜ਼ 'ਚ ਹੁੰਦਾ ਕਿ ਬਲਾਈਂਡ ਬੰਦੇ ਦੇ ਨਾਲ ਇੱਕ ਡੌਗ ਟ੍ਰੇਨ ਕੀਤਾ ਹੋਇਆ ਹੁੰਦਾ, ਸੋ ਦੈਟ ਡੌਗ ਨੂੰ ਯੂਜ਼ ਕਰਨ ਲਈ ਕੋਈ ਡੌਗ ਇਜ਼ ਨਾਟ ਅ ਟੈਕਨੋਲੋਜੀ, ਸੋ ਉਹ ਕਿਹਦੇ 'ਚ ਆ ਜਾਂਦਾ, ਨੋ ਟੈਕ ਵਿੱਚ। ਉਸੇ ਤਰ੍ਹਾਂ ਲੋ ਟੈਕ ਵਿੱਚ ਆਉਂਦਾ ਮੈਗਨੀਫਾਈਂਗ ਗਲਾਸ, ਜਿਹੜਾ ਆਪਾਂ ਆਪਣੀ ਲੈਬ 'ਚ ਯੂਜ਼ ਕਰਦੇ ਹਾਂ ਜਾਂ ਸੁਨਿਆਰ ਯੂਜ਼ ਕਰਦੇ ਨੇ, ਉਹਦੇ 'ਚ ਵੀ ਕੋਈ ਟੈਕਨੋਲੋਜੀ ਦੀ ਜ਼ਿਆਦਾ ਯੂਜ਼ ਨਹੀਂ ਹੈ। ਦੈਨ ਜਿਵੇਂ ਸਪੋਜ਼ ਕੰਪਿਊਟਰ ਹੈ, ਹੁਣ ਕੰਪਿਊਟਰ ਕਮਸ ਅੰਡਰ ਹਾਈ ਟੈਕਨੋਲੋਜੀ, ਬਿਕੋਜ਼ ਕੰਪਿਊਟਰ ਨੂੰ ਯੂਜ਼ ਕਰਨ ਲਈ ਯੂ ਨੀਡ ਟ੍ਰੇਨਿੰਗ ਟੂ ਯੂਜ਼ ਦਿਸ। ਜਿਵੇਂ ਫੋਰ ਐਗਜ਼ਾਮਪਲ ਸੀ, ਦਿਸ ਇਜ਼ ਦੀ ਸਿੰਪਲ ਐਗਜ਼ਾਮਪਲ ਹੈ ਕਿ ਜਿਵੇਂ ਨੋ ਟੈਕਨੋਲੋਜੀ ਵਿੱਚ ਆ ਗਈਆਂ ਪੈਨਸਿਲ ਗ੍ਰਿਪਰਸ, ਜੋ ਆਪਣੇ ਆਮ ਆਪਾਂ ਨੂੰ ਵੀ ਮਿਲਦੇ ਆ, ਪੈਨਸਿਲ ਦੇ ਉੱਤੇ ਆਪਾਂ ਚੜਾ ਸਕਦੇ ਹਾਂ। ਦੈਨ ਦੈਟ ਕੈਨ ਬੀ ਯੂਜ਼ ਫॉर ਗ੍ਰਿਪ। ਪੋਸਟ-ਇਟ ਨੋਟਸ, ਜਿਹੜੇ ਆਪਾਂ ਆਪਣੀ ਆਮ ਤੁਸੀਂ ਆਪਣੀਆਂ ਪ੍ਰੈਕਟੀਕਲ ਫਾਈਲਸ 'ਚ ਵੀ ਯੂਜ਼ ਕੀਤੇ ਨੇ। ਸਲਾਂਟਿਡ ਸਰਵਿਸਿਜ਼, ਜੋ ਆਪਾਂ ਤੁਸੀਂ ਦੇਖਿਆ ਹੋਣਾ ਮਤਲਬ VC ਸਰਸ ਦੇ ਜਾਂ ਸੀਨੀਅਰ ਅਫੀਸ਼ੀਅਲਸ ਦੇ ਟੇਬਲ 'ਤੇ ਰੱਖੇ ਹੁੰਦੇ ਆਪਾਂ, ਸਲਾਈਂਟਿੰਗ ਟੇਬਲ ਟੌਪਸ, ਉਸ ਤਰ੍ਹਾਂ। ਦੈਨ ਉਸੇ ਤਰ੍ਹਾਂ ਲੋ ਟੈਕ ਵਿੱਚ ਕੀ ਆ ਗਏ, ਬਜ਼ਰਸ, ਜਿਹੜੇ ਆਪਣੇ ਕੋਲ ਜਿਵੇਂ ਕੰਪੀਟੀਸ਼ਨਸ ਵਿੱਚ, ਜਾਂ ਬੈਲਸ, ਉਹ ਸਭ ਲੋ ਟੈਕਨੋਲੋਜੀ 'ਚ ਆ ਗਏ। ਹਾਈ ਟੈਕਨੋਲੋਜੀ 'ਚ ਕੀ ਆ ਗਏ, ਈ ਰੀਡਰਸ, ਇਲੈਕਟ੍ਰੋਨਿਕ ਰੀਡਰਸ, ਟੱਚ ਸਕਰੀਨ ਡਿਵਾਈਸਿਸ, ਕੰਪਿਊਟਰਸ, ਸੌਫਟਵੇਅਰਸ, ਜਿੰਨੇ ਵੀ ਪ੍ਰੋਗਰੈਸ ਮੋਨੀਟਰ ਨੂੰ ਕਰਦੇ ਨੇ, ਦੇ ਆਲ ਕਮ ਅੰਡਰ ਹਾਈ ਟੈਕਨੋਲੋਜੀ। ਉਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਅਨਦਰ ਕਲਾਸੀਫਿਕੇਸ਼ਨ ਹੈ, ਦੈਟ ਇਜ਼ ਆਫ ਡਿਜੀਟਲ ਟੈਕਨੋਲੋਜੀ। ਸੋ ਜਿਹਦੇ ਵਿੱਚ ਵੀ ਆਪਾਂ ਨੂੰ ਕੰਪਿਊਟਰਸ ਦਾ ਯੂਜ਼ ਹੋਵੇ, any kind of a device which uses computers, it comes under digital technology. So this were the dependingly ਕਿ ਸਾਡੇ ਕੋਲ ਉਸ particular product ਲਈ ਕਿੰਨੀ ਟੈਕਨੋਲੋਜੀ ਦੀ ਸਾਨੂੰ ਲੋੜ ਹੈ, ਉਹਦੇ ਮੁਤਾਬਿਕ ਅਸੀਂ ਉਸ ਨੂੰ 3 ਕੈਟਾਗਰੀਜ਼ ਵਿੱਚ ਡਿਵਾਈਡ ਕਰਦੇ ਹਾਂ। ਅਦਰਵਾਈਜ਼ ਤੁਹਾਨੂੰ ਏਡ ਜਿਹੜਾ ਜਾਂ ਪ੍ਰੋਡਕਟ ਹੈ ਕਿਸ ਫੀਲਡ ਵਿੱਚ ਹੈਲਪ ਕਰ ਰਿਹਾ, ਉਹਦੇ ਬੇਸ 'ਤੇ ਕਲਾਸੀਫਿਕੇਸ਼ਨ ਡਿਫਰੈਂਟ ਹੈ। ਯੂ ਹੈਵ 10 ਡਿਫਰੈਂਟ ਕਲਾਸੀਫਿਕੇਸ਼ਨ ਦੀਆਂ ਜਾਂ 10 ਡਿਫਰੈਂਟ ਕੈਟਾਗਰੀਜ਼ ਅੰਡਰ ਵਿਚ ਵੀ ਡਿਵਾਈਡ ਅ ਲਰਨਿੰਗ ਏਡ ਅਕੋਰਡਿੰਗ ਟੂ ਇਟਸ ਯੂਜ਼। ਸਭ ਤੋਂ ਪਹਿਲਾਂ ਤੁਹਾਡੇ ਕੋਲ ਨੇ ਅਕੈਡਮਿਕ ਲਰਨਿੰਗ ਏਡਸ, ਜਿਵੇਂ ਕਿ ਨਾਮ ਹੀ ਦੱਸ ਰਿਹਾ ਅਕੈਡਮਿਕ, ਸਮਥਿੰਗ ਵਿਚ ਵਿਲ ਹੈਲਪ ਯੂ ਇਨ ਟੀਚਿੰਗ ਲਰਨਿੰਗ ਪ੍ਰੋਸੈਸ, ਜਿਹੜਾ ਤੁਹਾਨੂੰ ਰੋਜ਼ਮਰ੍ਹਾ ਦੀ ਸਕੂਲ ਐਜੂਕੇਸ਼ਨ ਦੇ ਵਿੱਚ ਹੈਲਪ ਕਰੇ, ਜਿਹੜੀ ਤੁਹਾਡੀ ਸਕੂਲ ਐਜੂਕੇਸ਼ਨ ਦੀ ਪਾਰਟਿਸਿਪੇਸ਼ਨ ਉਸਨੂੰ ਇੰਕਰੀਜ਼ ਕਰੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਅਕੈਡਮਿਕ ਲਰਨਿੰਗ ਏਡਸ, ਜਿਹਦੇ ਵਿੱਚ ਕੋਈ ਵੀ ਰੀਡਿੰਗ, ਰਾਈਟਿੰਗ, ਸਪੈਲਿੰਗ, ਮੈਥਸ, ਸਟੱਡੀ ਜਾਂ ਆਰਗੇਨਾਈਜੇਸ਼ਨ ਲਈ ਯੂਜ਼ ਕੀਤੇ ਜਾਣ ਵਾਲੇ ਪ੍ਰੋਡਕਟਸ ਆ ਜਾਂਦੇ। ਜਿਵੇਂ ਕਿ ਤੁਸੀਂ ਇੱਥੇ ਫੋਟੋਗ੍ਰਾਫ ਵਿੱਚ ਦੇਖ ਰਹੇ ਹੋ, ਦਿਸ ਕੰਪਿਊਟਰ ਵਿਚ ਇਜ਼ ਹੈਲਪਿੰਗ ਦ ਚਾਈਲਡ ਟੂ study, then this becomes a academic learning aid. ਉਸੇ ਤਰ੍ਹਾਂ this is a book which has been printed in a braille, and this braille ਦੇ ਵਿੱਚ ਪ੍ਰਿੰਟ ਹੋਈ ਜਿਹੜੀ ਬੁੱਕ ਹੈ, this will help the child to study, ਤਾਂ ਇਹਨੂੰ ਆਪਾਂ ਕਹਿੰਦੇ ਹਾਂ academic learning aid। ਉਸੇ ਤਰ੍ਹਾਂ ਜਿਵੇਂ ਹੁਣ ਇਸ ਟੀਚਰ ਨੇ ਕੀ ਬਣਾਏ ਹੋਏ ਨੇ, ਫਲੈਸ਼ ਕਾਰਡਸ, these flash cards are helping this child, ਜੋ ਕਿ ਤੁਹਾਨੂੰ ਲੱਗ ਵੀ ਰਿਹਾ ਕਿ disabled child ਹੈ, and this is helping the child to understand the concept, so ਇਹਨਾਂ ਨੂੰ ਆਪਾਂ ਕਹਿੰਦੇ ਹਾਂ academic learning aids। ਸੈਕਿੰਡ ਹੈ ਤੁਹਾਡੇ ਕੋਲ ਏਡਸ ਟੂ ਡੇਲੀ ਲਾਈਫ, ਜਿਨ੍ਹਾਂ ਦਾ ਕੰਮ ਪੜ੍ਹਾਈ ਲਿਖਾਈ ਨਾਲ ਨਹੀਂ ਹੈ ਕੋਈ, ਬਟ ਦੈਨ ਜਿਵੇਂ ਆਪਣੇ ਰੋਜ਼ਮਰ੍ਹਾ ਦੇ ਜਿਹੜੇ ਅਸੀਂ ਕੰਮ ਕਰਦੇ, ਜਿਵੇਂ ਬਰਸ਼ਿੰਗ ਟੂਥ, ਈਟਿੰਗ, ਡਰਿੰਕਿੰਗ, ਡਰੈਸਿੰਗ, ਟੋਇਲਟ ਜਾਣ ਲਈ, ਜਾਂ ਆਪਣੇ ਘਰ ਨੂੰ ਮੇਨਟੇਨ ਰੱਖਣ ਲਈ ਜਿਹੜੇ ਆਪਾਂ ਨੂੰ ਹੈਲਪ ਕਰਦੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਏਡਸ ਟੂ ਡੇਲੀ ਲਿਵਿੰਗ। ਜਿਵੇਂ ਇਹਦੇ 'ਚ ਸਪੋਜ਼ ਤੁਸੀਂ ਇਹ ਦੇਖ ਰਹੇ ਹੋ, ਦਿਸ ਇਜ਼ ਦੀ ਹੈਂਡਲ ਗ੍ਰਿਪ। ਸੋ ਨੋਰਮਲੀ ਆਪਣੇ ਘਰੇ ਡੋਰਸ ਦੇ ਉੱਤੇ ਨਹੀਂ ਹੁੰਦਾ, ਆਪਾਂ
रैप किया हुआ, बट दैन दिस काइंड ऑफ अ थिंग, दिस इज़ वॉकर विच हैल्प्स दी चाइल्ड जिहदी लिमिटेड मोबिलिटी होवे उन्होंने हेल्प करने लई। दैन उसी तरह तुसीं देखो ये कटलरी के उत्ते दिस ग्रिप्ड कटलरी सो दैट वो स्लिप ना करे। दीज ऑल आर एड्स टू डेली लिविंग जो सानू आम रोज़मर्रा की जिंदगी दे विच जीण लई सानू हेल्प करनगियां। दैन नैक्सट यू हैव इज़ असिस्टिव लिसनिंग डिवाइसिस। हुण जिवें कि नाम ही दस रहा लिसनिंग डिवाइसिस की करनगियां ਜਿਹੜੇ ਸਾਨੂੰ ਸੁਣਨ 'ਚ ਹੈਲਪ ਕਰਨਗੇ। ਸੋ ਅਸੀਂ ਕਿਹਨਾਂ ਲਈ ਯੂਜ਼ ਕਰਾਂਗੇ, ਜਿਹੜੇ ਹੀਅਰਿੰਗ ਇੰਪੇਅਰਡ ਨੇ। ਸੋ ਇਹਦੇ 'ਚ ਇਹ ਕੀ ਕਰਦੇ, ਜਿਵੇਂ ਸਪੋਜ਼ ਬੇਸਿਕਲੀ ਤੁਹਾਡੀ ਸਪੀਡ ਨੂੰ ਐਂਪਲੀਫਾਈ ਕਰ ਦਿੰਦਾ, ਜਿਵੇਂ ਆਪਾਂ ਆਪਣੇ ਉਹਦੇ ਵਿੱਚ ਮਿਊਜ਼ਿਕ ਸਿਸਟਮ 'ਚ ਯੂਜ਼ ਕਰਦੇ ਹਾਂ ਐਂਪਲੀਫਾਇਰ, ਜੋ ਮਿਊਜ਼ਿਕ ਸਿਸਟਮ ਦੀ ਸਾਊਂਡ ਨੂੰ ਵਧਾ ਦਿੰਦਾ। ਉਸੇ ਤਰ੍ਹਾਂ ਦੀਜ਼ ਆਰ ਦੀ ਡਿਵਾਈਸਿਸ ਜੋ ਸਾਡੇ ਇਨਵਾਇਰਮੈਂਟ ਦੇ ਆਡੀਟਰੀ ਸਿਗਨਲਸ ਨੂੰ ਜਾਂ ਆਵਾਜ਼ਾਂ ਦੀ ਜਿਹੜੀ ਸਪੀਚ ਹੈ ਉਸਨੂੰ ਐਂਪਲੀਫਾਈ ਕਰਦੇ ਨੇ। ਇਹਦੇ ਵਿੱਚ ਤੁਹਾਡੇ ਕੋਲ ਆਉਂਦੇ ਨੇ ਸਾਰੇ ਲਿਸਨਿੰਗ ਡਿਵਾਈਸਿਸ, ਸਾਰੇ ਡਿਵਾਈਸਿਸ ਜੋ ਤੁਹਾਨੂੰ ਸੁਣਨ ਦੇ ਵਿੱਚ ਹੈਲਪ ਕਰਦੇ ਨੇ, ਚਾਹੇ ਉਹ ਕਲਾਸਰੂਮ 'ਚ ਹੋਣ ਜਾਂ ਹੋਮ ਇਨਵਾਇਰਮੈਂਟ। ਫਿਰ ਟੈਕਸਟ ਟੈਲੀਫੋਨਸ, ਜਿਹੜੇ ਕਿ ਸਪੋਜ਼ ਤੁਸੀਂ ਟੈਲੀਫੋਨ ਹੈ ਜਿਹੜਾ ਤੁਹਾਡਾ ਕੋਈ ਉਹਦੇ 'ਚ ਆਪਾਂ ਗੱਲਬਾਤ ਕਰ ਰਹੇ ਹਾਂ, ਨੋਰਮਲੀ ਆਪਾਂ ਆਪਣੇ ਕੰਨਾਂ ਨਾਲ ਸੁਣਦੇ ਹਾਂ, ਬਟ ਉਹ ਟੈਲੀਫੋਨਸ ਦੇ ਵਿੱਚ ਕੀ ਹੈ ਕਿ ਜੋ ਦੂਜਾ ਬੰਦਾ ਬੋਲੇਗਾ ਉਹਨੂੰ ਉਹ ਟੈਕਸਟ ਚੇਂਜ ਕਰੇਗਾ। ਦੈਨ ਇੱਥੇ ਐਗਜ਼ਾਮਪਲਸ ਜਿਵੇਂ ਤੁਹਾਨੂੰ ਦਿੱਤੀਆਂ ਹੋਈਆਂ ਨੇ, ਐਂਡ ਜੇ ਤੁਸੀਂ ਦੇਖ ਰਹੇ ਹੋ ਇਹ ਬੱਚੇ ਨੇ ਇੱਥੇ ਹੀਅਰਿੰਗ ਏਡ ਯੂਜ਼ ਵੀ ਕਰ ਰਹੇ ਆ ਇਨ ਹਿਜ਼ रीडिंग प्रोसेस in his teaching learning process. So this kind of devices जो सानू सुनन च हेल्प करते हैं उन्होंने आप assistive listening devices कहने हैं। Next we have those assistive devices which help us to enjoy our life, जिवें recreation ਦੇ ਵਿੱਚ ਜਿਹੜੇ ਕਿ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਵਿੱਚ ਜਾਂ ਜਦੋਂ ਆਪਾਂ ਲੈਜਰ ਟਾਈਮ ਐਕਟੀਵਿਟੀਜ਼ ਆ ਉਹਨਾਂ 'ਚ ਹੈਲਪ ਕਰਦੇ। ਸੋ ਜਿਵੇਂ these are few pictures ਜੋ ਆਪਾਂ ਪੈਰਾਲੰਪਿਕਸ ਦੇ ਵਿੱਚੋਂ ਲਈਆਂ ਹੋਈਆਂ। ਨਾਓ ਥੀਸ ਡਿਵਾਈਸਿਸ ਆਰ ਹੈਲਪਿੰਗ ਥੀਸ ਪੀਪਲ ਟੂ ਪਾਰਟਿਸਿਪੇਟ ਇਨ ਸਪੋਰਟਸ। ਉਸੇ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਇੱਥੇ ਦਿਸ ਇਜ਼ ਫੁੱਟਬਾਲ, ਦੇ ਆਰ ਪਲੇਇੰਗ ਵਿਦ ਦੀ ਹੈਲਪ ਆਫ ਦਿਸ ਕੇਨ ਸਟਿਕ। ਸੋ ਥੀਸ ਆਰ ਇਸੇ ਤਰ੍ਹਾਂ ਤੁਹਾਡੇ ਕੋਲ ਡਿਫਰੈਂਟ ਟੋਇਜ਼ ਹੈ ਜਾਂ ਪਾਰਕਸ ਦੇ ਵਿੱਚ ਝੂਲੇ ਆ, ਉਹਨਾਂ ਦੇ ਵਿੱਚ ਵੀ ਦੇਰ ਆਰ ਫਿਊ ਕਾਈਂਡਸ ਆਫ ਸਵਿੰਗਸ ਜੋ ਡਿਸੇਬਲਡ ਬੱਚਿਆਂ ਲਈ ਯੂਜ਼ ਕੀਤੀਆਂ ਜਾ ਸਕਦੀਆਂ, ਉਹਨਾਂ ਨੂੰ ਆਪਾਂ ਇਸ ਕੈਟਾਗਰੀ ਦੇ ਵਿੱਚ ਇਨਕਲੂਡ ਕਰਦੇ ਹਾਂ। ਨੈਕਸਟ ਕਮਿੰਗ ਟੂ ਦੀ ਨੈਕਸਟ ਸਲਾਈਡ ਵੀ ਹੈਵ ਇਜ਼ ਔਗਮੈਂਟਿਡ ਕਮਿਊਨੀਕੇਸ਼ਨ। ਜੇ ਤੁਸੀਂ ਜੀਸੂ ਸਰ ਦੀ ਜਦੋਂ ਵਰਕਸ਼ਾਪ ਲਗਾਈ ਸੀ ਉਹਨਾਂ ਦੇ ਉੱਥੇ ਔਗਮੈਂਟਿਡ ਰਿਐਲਿਟੀ ਦੀ ਗੱਲ ਕਰੀ ਸੀ। ਔਗਮੈਂਟਿਡ ਰਿਐਲਿਟੀ ਜਿਨ੍ਹਾਂ ਬੱਚਿਆਂ ਨੂੰ ਐਕਸਪ੍ਰੈਸਿਵ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੋਵੇ, ਜੋ ਆਪਣੀ ਗੱਲ ਨੂੰ ਸਹੀ ਤਰ੍ਹਾਂ ਨਹੀਂ ਕਹਿ ਪਾਉਂਦੇ, ਜਿਸ ਰੀਜ਼ਨਸ ਨਾਲ ਉਹ ਕਮਿਊਨੀਕੇਟ ਨਹੀਂ ਕਰ ਪਾਉਂਦੇ ਆਪਣੇ ਪੀਅਰ ਨਾਲ ਜਾਂ ਅਡਲਟ ਨਾਲ। ਜਿਵੇਂ ਸਪੋਜ਼ ਜੇ ਮੈਂ ਤੁਹਾਨੂੰ ਕਹਿਣਾ ਹੋਵੇ ਹਲੋ, ਬਟ ਮੈਂ ਬੋਲ ਨਹੀਂ ਪਾ ਰਹੀ, ਸੋ ਮੇਰੀ ਹਲੋ ਤੁਹਾਨੂੰ ਸਮਝ ਨਹੀਂ ਆਊਗੀ। ਸੋ ਉੱਥੇ ਵੀ ਹੈਵ ਡਿਫਰੈਂਟ ਕਾਈਂਡਸ ਆਫ ਜਿਵੇਂ ਐਗਜ਼ਾਮਪਲਸ ਇਹਨਾਂ ਦਿੱਤੀਆਂ ਹੋਈਆਂ। ਯੂ ਹੈਵ ਆਬਜੈਕਟ ਬੇਸਡ ਕਮਿਊਨੀਕੇਸ਼ਨ ਡਿਸਪਲੇ, ਬਹੁਤ ਸਿੰਪਲ ਲੈਵਲ 'ਤੇ ਐਗਜ਼ਾਮਪਲ ਹੈ ਜੋ ਤੁਸੀਂ ਅੱਜ ਕੱਲ੍ਹ ਆਪਣੇ ਸਮਾਈਲੀਜ਼ ਯੂਜ਼ ਕਰਦੇ ਹੋ। ਸੋ ਦੈਟ ਸਮਾਈਲੀ ਤੁਹਾਡੀ ਗੱਲ ਨੂੰ ਕਹਿ ਦਿੰਦਾ ਹੈ ਨਾ। ਸੋ ਯੂ ਹੈਵ ਅ ਸਮਾਈਲਿੰਗ ਸਮਾਈਲੀ, ਯੂ ਹੈਵ ਐਨ ਐਂਗਰੀ ਸਮਾਈਲੀ, ਰੋਣ ਵਾਲਾ ਸਮਾਈਲੀ ਵੀ ਹੈ। ਇਮੋਜੀਜ਼ ਜੋ ਆਪਾਂ ਯੂਜ਼ ਕਰਦੇ ਹਾਂ ਸਿਮਿਲਰ ਟੂ ਦੈਟ ਅਸੀਂ ਕਮਿਊਨੀਕੇਟ ਕਰਨ ਲਈ ਪਿਕਚਰਸ ਯੂਜ਼ ਕਰਦੇ। ਸੋ ਜਿਵੇਂ ਤੁਸੀਂ ਇਸ ਟੈਬ ਵਿੱਚ ਦੇਖ ਰਹੇ ਹੋ ਕਿ ਦੇ ਹੈਵ ਡਿਫਰੈਂਟ ਪਿਕਚਰਸ। ਜਿਵੇਂ ਅਸੀਂ ਸਟੋਪ, ਜਿਸ ਬੱਚੇ ਨੇ ਕਹਿਣਾ ਸਟੋਪ ਕਿਸੇ ਦੂਜੇ ਨੂੰ, ਤਾਂ ਉਹ ਬੋਲ ਨਹੀਂ ਪਾ ਰਿਹਾ, ਉਹ ਸਟੋਪ ਦਾ ਬਟਨ ਦੱਬੇਗਾ, ਇੱਥੇ ਸਟੋਪ ਲਿਖਿਆ ਆ ਜਾਏਗਾ। ਸੋ ਦਿਸ ਇਜ਼ ਹਾਊ ਹੀ ਕੈਨ ਕਮਿਊਨੀਕੇਟ। ਸੋ ਇਟ ਕੈਨ ਬੀ ਪਿਕਚਰ ਕਮਿਊਨੀਕੇਸ਼ਨ, ਟਾਕਿੰਗ ਸਵਿਚਸ ਹੋ ਸਕਦੀਆਂ ਨੇ, ਵੋਇਸ ਆਊਟਪੁੱਟ ਕਮਿਊਨੀਕੇਸ਼ਨ ਜੋ ਮੈਂ ਤੁਹਾਨੂੰ ਦੱਸਿਆ ਸੀ ਆਪਣੇ ਗਲੇ ਦੇ ਵਿੱਚ ਲੱਗ ਜਾਂਦੀ ਹੈ, ਐਂਡ ਫਿਰ ਜੋ ਤੁਸੀਂ ਬੋਲਦੇ ਹੋ ਜਸਟ ਬਿਕੋਜ਼ ਵਿਦ ਦੀ ਵਾਈਬ੍ਰੇਸ਼ਨਸ ਜੋ ਆਪਣੇ ਗਲੇ 'ਚ ਪ੍ਰੋਡਿਊਸ ਹੁੰਦੀਆਂ ਨੇ, ਉਸ ਦੇ ਨਾਲ ਉਹ ਤੁਹਾਡੀ ਗੱਲ ਨੂੰ ਦੂਜੇ ਬੰਦੇ ਤੱਕ ਕਨਵੇ ਕਰ ਦਿੰਦਾ। ਸੋ ਦਿਸ ਇਜ਼ ਔਗਮੈਂਟਿਡ। ਔਗਮੈਂਟਿਡ ਦਾ ਮਤਲਬ ਹੁੰਦਾ ਵਧਾ ਦੇਣਾ। ਸੋ ਜੋ ਇੱਕ ਐਸੀ ਡਿਵਾਈਸ ਜੋ ਸਾਨੂੰ ਸੰਚਾਰ ਕਰਨ ਦੇ ਵਿੱਚ ਹੈਲਪ ਕਰੇ। ਦੈਨ ਯੂ ਹੈਵ ਕੰਪਿਊਟਰ ਅਸੈਸ ਐਂਡ ਇੰਸਟਰਕਸ਼ਨਸ। ਅਗੇਨ ਤੁਹਾਨੂੰ ਇਹਦੇ ਵਿੱਚ ਆਪਾਂ ਕੀ ਯੂਜ਼ ਕਰਾਂਗੇ, ਦਿਸ ਇਜ਼ ਅ ਹਾਈ ਟੈਕਨੋਲੋਜੀ ਕੈਟਾਗਰੀ ਜਿਹਦੇ ਵਿੱਚ ਅਸੀਂ ਕੰਪਿਊਟਰ ਦਾ ਯੂਜ਼ ਕਰਾਂਗੇ। ਸੋ ਇਹਦੇ ਵਿੱਚ ਤੁਹਾਡੇ ਕੋਲ ਆਉਂਦੀਆਂ ਨੇ ਜਿਵੇਂ ਅਡੈਪਟਿਵ ਪੁਆਇੰਟਿੰਗ ਡਿਵਾਈਸਿਸ ਆ। ਤੁਸੀਂ ਦੇਖ ਰਹੇ ਹੋ ਕਿ ਉਹਦੇ ਕੋਲ ਜੇ ਉਹ ਬੱਚਾ ਆਪਣੇ ਹੱਥ ਨਾਲ ਜਾਂ ਅਦਰਵਾਈਜ਼ ਪੁਆਇੰਟਰ ਯੂਜ਼ ਨਹੀਂ ਕਰ ਸਕਦਾ, ਸੋ ਦੇਰ ਇਜ਼ ਅ ਪੁਆਇੰਟਰ ਜੋ ਮੂੰਹ ਦੇ ਵਿੱਚ ਪਾ ਕੇ ਯੂਜ਼ ਕੀਤਾ ਜਾਂਦਾ। ਦੈਨ ਕੀਬੋਰਡ ਅਡੈਪਟੇਸ਼ਨਸ ਨੇ। ਨੋਰਮਲੀ ਆਪਣੇ ਕੰਪਿਊਟਰ ਦਾ ਕੀਬੋਰਡ ਆਮ ਬੰਦੇ ਲਈ ਬਣਿਆ, ਆਪਾਂ ਉਸ ਕੀਬੋਰਡ ਨੂੰ ਥੋੜ੍ਹਾ ਜਿਹਾ ਅਡੈਪਟ ਕਰ ਦਿੰਦੇ ਹਾਂ। ਟੱਚ ਸਕਰੀਨਸ, ਜਿਵੇਂ ਸਪੋਜ਼ ਹੁਣ ਆਪਣੇ ਕੋਲ ਫੋਨ ਵੀ ਹੁੰਦੇ ਸੀ, ਮੋਬਾਈਲ ਫੋਨ ਜਾਂ ਟੱਚ ਸਕਰੀਨ ਨਾਲ ਚੱਲਦੇ ਨੇ। ਮਾਊਸ ਦੀ ਜਗ੍ਹਾ ਆਪਾਂ ਕੋਈ ਹੋਰ ਆਲਟਰਨੇਟਿਵ ਯੂਜ਼ ਕਰੀਏ, ਜਾਂ ਵੋਇਸ ਇਨਪੁੱਟ ਜਿਹਦੇ ਵਿੱਚ ਆਪਾਂ ਨੂੰ ਕੁਛ ਟਾਈਪ ਕਰਨ ਦੀ ਲੋੜ ਹੀ ਨਹੀਂ, ਜੋ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਗੂਗਲ ਡੌਕਸ ਹੈ। ਸੋ ਗੂਗਲ ਡੌਕਸ ਦੇ ਵਿੱਚ ਕੀ ਹੁੰਦਾ ਕਿ ਗੂਗਲ ਡੌਕਸ ਦੇ ਵਿੱਚ ਤੁਸੀਂ ਗੂਗਲ ਡੌਕਸ ਦੇ ਵਿੱਚ ਵਾਟ ਐਵਰ ਯੂ ਸਪੀਕ ਉਹ ਉੱਥੇ ਟਾਈਪ ਹੁੰਦਾ ਰਹਿੰਦਾ, ਉਹਨੂੰ ਆਪਾਂ ਕਹਿੰਦੇ ਦਿਸ ਇਜ਼ ਸੋ ਗੂਗਲ ਡੌਕਸ ਇਜ਼ ਅ ਵੋਇਸ ਇਨਪੁੱਟ ਡਿਵਾਈਸ। ਉਸੇ ਤਰ੍ਹਾਂ ਤੁਹਾਡੇ ਫੋਨ ਦੇ ਵਿੱਚ ਵੋਇਸ ਮੈਸੇਜ ਭੇਜਣ ਦੀ ਆਪਸ਼ਨ ਹੁੰਦੀ ਹੈ। ਸੋ ਤੁਸੀਂ ਬੋਲਦੇ ਹੋ ਐਂਡ ਦੈਟ ਮੈਸੇਜ ਗੋਜ਼, ਉਹਨਾਂ ਨੂੰ ਆਪਾਂ ਉਹ ਦੈਟ ਦੇ ਆਰ ਕੰਪਿਊਟਰ ਅਸੈਸ ਇੰਸਟਰਕਸ਼ਨਸ, ਰਾਈਟ। ਦੈਨ ਯੂ ਹੈਵ ਅ ਫਿਊ ਏਡਸ ਜੋ ਤੁਹਾਨੂੰ ਆਪਣੀ ਇਨਵਾਇਰਮੈਂਟ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਹੈ। ਅਲੈਕਸਾ ਤੁਸੀਂ ਸੁਣਿਆ ਹੋਣਾ, ਟੀ ਵੀ ਦੇ ਵਿੱਚ ਬਹੁਤ ਐਡ ਆਉਂਦੀ ਹੈ
कि then there are switches जो एक switch ਨਾਲ ਅਸੀਂ ਪੂਰੇ ਘਰ ਦੀ ਇਲੈਕਟ੍ਰਿਸਿਟੀ ਨੂੰ ਹਰ ਚੀਜ਼ ਨੂੰ ਕੰਟਰੋਲ ਕਰ ਸਕਦੇ। ਸੋ ਉਸ ਤਰ੍ਹਾਂ these are those technology aids ਜਿਹੜੀ ਕਿ ਸਟੂਡੈਂਟ ਨੂੰ ਆਪਣੀ ਫਿਜ਼ੀਕਲ ਡਿਸੇਬਿਲਿਟੀਜ਼ ਦੇ ਬਾਵਜੂਦ ਆਪਣੇ ਆਲੇ ਦੁਆਲੇ ਦੀਆਂ ਇਲੈਕਟ੍ਰੋਨਿਕ ਅਪਲਾਇੰਸਿਸ ਨੂੰ ਚਾਹੇ ਸਕੂਲ 'ਚ ਹੋਣ ਜਾਂ ਘਰੇ ਹੋਣ ਉਸਨੂੰ ਕੰਟਰੋਲ ਕਰਨ 'ਚ ਹੈਲਪ ਕਰਦਾ। ਜਿਵੇਂ ਸਪੋਜ਼ ਤੁਸੀਂ ਇੱਥੇ ਦੇਖਿਆ ਕਿ ਇਸ ਬੱਚੇ ਨੂੰ ਦਿਖਾ ਰਹੇ ਕਿ ਦਿਸ ਇਜ਼ ਅ ਬਟਨ, ਇਸ ਦੇ ਨਾਲ ਇਹ ਬਟਨ ਉਸਦੇ ਕੰਪਿਊਟਰ ਨਾਲ ਦੇਖੋ ਫੋਨ ਦੇ ਨਾਲ ਅਟੈਚਡ ਹੈ। ਸੋ ਵੈਨ ਹੀ ਪ੍ਰੈਸਿਸ ਦਿਸ ਬਟਨ ਤਾਂ ਇੱਥੋਂ ਜਿਸ 'ਤੇ ਆਈਕਨ ਤੇ ਉਸ ਹੋਏਗਾ ਟੈਬ ਹੋਏਗਾ ਉਹ ਪ੍ਰੈਸ ਹੋ ਜਾਏਗਾ ਐਂਡ ਹੀ ਕੈਨ ਵਰਕ ਔਨ ਦਿਸ। So this is how you can control your environment using different kind of products or aids. Then we have next mobility aids, ਜਿਵੇਂ suppose ਆਪਾਂ ਪਿੱਛੇ ਗੱਲ ਕਰੀ ਸੀ low tech ਦੇ ਵਿੱਚ this is a dog ਜੋ blind ਬੰਦਿਆਂ ਲਈ use ਕੀਤਾ ਜਾਂਦਾ। So this is a low technology mobility aid. So mobility aid ਦੇ ਵਿੱਚ ਕੀ mobility ਦਾ ਮਤਲਬ ਕੀ ਹੁੰਦਾ ਤੁਰਨਾ। ਸੋ ਕੋਈ ਵੀ ਐਸੀ aid ਜੋ ਸਾਨੂੰ ਤੁਰਨ 'ਚ ਹੈਲਪ ਕਰੇ। ਅਗੇਨ ਇਹ ਤੁਹਾਨੂੰ ਕਾਫੀ ਹੱਦ ਤੱਕ ਕਲੀਅਰ ਹੋਏਗਾ। this can be cane, cane ਹੁੰਦੀ ਹੈ ਜਿਵੇਂ suppose now this is a cane. Then walkers ਆਪਾਂ ਪਿਛਲੀ this is here also we have a walker. Then scooters or wheelchairs. Now see this is a wheelchair ਜੋ ਕਿ ਕਾਫੀ ਹਾਈ ਟੈਕ wheelchair ਹੈ। ਇਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ mobility now this is again a clutch ਜਿਹੜਾ ਕਿ ਕਿਸੇ ਜਿਹਦੀ ਇੱਕ ਲੈਗ ਦੇ ਵਿੱਚ mobility ਨੂੰ ਪ੍ਰੋਬਲਮ ਹੋਵੇ ਉਹਦੇ ਲਈ ਆਪਾਂ ਯੂਜ਼ ਕਰ ਸਕਦੇ ਹਾਂ। so these kind of things can be used. this is a prosthetic arm, ਆਰਟੀਫਿਸ਼ਲ ਆਰਮ ਹੈ। ਜੇ ਕਿਸੇ ਦੀ ਬਾਂਹ ਦੇ ਵਿੱਚ ਬਾਂਹ ਨਹੀਂ ਹੈ ਤਾਂ ਉਹਦੇ 'ਚ ਆਪਾਂ ਯੂਜ਼ ਕਰ ਸਕਦੇ ਹਾਂ। ਦਿਸ ਇਜ਼ ਅ ਪ੍ਰੋਸਥੈਟਿਕ ਲੈਗ, ਜਿਹਦੀ ਲੱਤ ਨਹੀਂ ਹੁੰਦੀ ਉੱਥੇ ਆਪਾਂ ਲਗਾਉਂਦੇ ਹਾਂ। ਸੋ ਦਿਸ ਇਜ਼ ਹਾਊ ਥੀਸ ਆਰ ਡਿਫਰੈਂਟ ਏਡਸ ਜੋ ਸਾਨੂੰ ਤੁਰਨ ਫਿਰਨ 'ਚ ਹੈਲਪ ਕਰਦੀਆਂ ਨੇ ਐਂਡ ਥੀਸ ਕੈਨ ਬੀ ਯੂਜ਼ਡ। ਨੈਕਸਟ ਵੀ ਹੈਵ ਪ੍ਰੀ ਵੋਕੇਸ਼ਨਲ ਐਂਡ ਵੋਕੇਸ਼ਨਲ ਏਡਸ। ਐਕਚੁਅਲੀ ਜਦੋਂ ਆਪਾਂ ਕਿਸੇ ਸਪੈਸੀਫਿਕ ਜੋਬ ਦੇ ਵਿੱਚ ਚਲੇ ਜਾਂਦੇ ਹਾਂ ਉਸ ਜੋਬ ਦੀਆਂ ਰਿਕੁਆਇਰਮੈਂਟਸ ਦੇ ਮੁਤਾਬਿਕ, ਜਿਵੇਂ ਸਪੋਜ਼ ਕੋਈ ਬੰਦਾ ਲੈਬ ਦੇ ਵਿੱਚ ਕੰਮ ਕਰ ਰਿਹਾ ਉਹਨੇ ਟੈਸਟ ਟਿਊਬ ਦੇ ਵਿੱਚ ਸੈਂਪਲਸ ਲੈਣੇ ਤਾਂ ਨੋਰਮਲੀ ਟੈਸਟ ਟਿਊਬ ਦੇ ਉੱਪਰ ਕੋਈ ਸਪੈਸ਼ਲ ਗ੍ਰਿਪ ਨਹੀਂ ਹੁੰਦੀ। ਬਟ ਦੈਨ ਇਫ ਯੂ ਹੈਵ ਅ ਡਿਸੇਬਲਡ ਪਰਸਨ ਤਾਂ ਉਹਦੇ ਲਈ ਆਪਾਂ ਉਹ ਸਪੈਸ਼ਲ ਗ੍ਰਿਪ ਵਾਲੀ ਟੈਸਟ ਟਿਊਬ ਕੰਸਟਰਕਟ ਕਰ ਦਿੰਦੇ। ਸੋ ਉਹਨਾਂ ਨੂੰ ਆਪਾਂ ਕਹਿੰਦੇ ਪ੍ਰੀ ਵੋਕੇਸ਼ਨਲ ਜਾਂ ਵੋਕੇਸ਼ਨਲ ਏਡਸ ਜਿਹੜੀਆਂ ਕਿ ਸਾਨੂੰ ਕਿਸੇ ਇੱਕ ਸਪੈਸੀਫਿਕ ਜੋਬ ਦੇ ਵਿੱਚ ਹੀ ਹੈਲਪ ਕਰਦੀਆਂ ਨੇ ਐਂਡ ਉਸ ਜੋਬ ਦੀਆਂ ਰਿਕੁਆਇਰਮੈਂਟਸ ਨੂੰ ਮੀਟ ਕਰਨ ਦੇ ਵਿੱਚ। ਦੈਨ ਵੀ ਹੈਵ ਸੀਟਿੰਗ ਐਂਡ ਪੋਜੀਸ਼ਨਿੰਗ ਏਡਸ ਜੋ ਕਿ ਤੁਹਾਨੂੰ ਬੈਠਣ ਜਾਂ ਖੜੇ ਹੋਣ 'ਚ ਹੈਲਪ ਕਰਦੀ। ਜਿਵੇਂ ਸਪੋਜ਼ ਤੁਸੀਂ ਇੱਥੇ ਦੇਖੋ ਕਿ ਇਹਦੇ 'ਚ ਕੀ ਹੈ ਕਿ these are seat inserts for wheelchair. ਨੋਰਮਲੀ ਆਪਾਂ ਇੱਕ ਕੁਰਸੀ 'ਤੇ ਲੰਬੇ ਟਾਈਮ ਤੱਕ ਬੈਠੇ ਰਹੀਏ ਤਾਂ ਇਟ ਬਿਕਮਸ ਵੈਰੀ ਪੇਨਫੁਲ। ਸੋ ਉਸੇ ਤਰ੍ਹਾਂ ਵੀਲਚੇਅਰ 'ਤੇ ਵੀ ਬੈਠੇ ਰਹਿਣਾ ਇਜ਼ ਨੋਟ ਦੈਟ ਈਜ਼ੀ। ਸੋ ਤੁਹਾਡੇ ਕੋਲ ਸੀਟ ਇਨਸਰਟਸ ਨੇ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ ਸੋ ਦੈਟ ਉੱਥੇ ਸਿਟਿੰਗ ਬਿਕਮਸ ਕੰਫਰਟੇਬਲ। ਉਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋਗੇ ਜਿਵੇਂ ਬੱਚਾ ਖੜਾ ਨਹੀਂ ਹੋ ਸਕਦਾ ਬਟ ਦੈਨ ਦੇਰ ਇਜ਼ ਅ ਏਡ ਜਿਸ ਦੇ ਵਿੱਚ ਬੱਚੇ ਨੂੰ ਫਿਕਸ ਕਰ ਦਿੱਤਾ ਗਿਆ। ਨਾਓ ਦ ਚਾਈਲਡ ਕੈਨ ਸਟੈਂਡ ਐਂਡ ਰੀਡ ਅ ਬੁੱਕ ਐਟ ਅ ਟੇਬਲ। ਉਸੇ ਤਰ੍ਹਾਂ ਦਿਸ ਚਾਈਲਡ ਇਹਦੇ ਕੋਲ ਵੀ ਇਹ ਰੀਕਲਾਈਨਰ ਹੈ ਜੋ ਯੂਜ਼ ਕਰ ਰਿਹਾ ਐਂਡ ਉਸ ਰੀਕਲਾਈਨਰ ਨਾਲ ਦ ਚਾਈਲਡ ਕੈਨ ਸਿਟ ਪ੍ਰੋਪਰਲੀ। ਸਿਮਿਲਰਲੀ ਦਿਸ ਇਜ਼ ਅ ਸੀਟ ਇਨਸਰਟ ਜੋ ਨੋਰਮਲ ਚੇਅਰ ਲਈ ਯੂਜ਼ ਕੀਤਾ ਜਾ ਰਿਹਾ ਬਟ ਦੈਨ ਥੀਸ ਕਾਈਂਡ ਆਫ ਟੈਕਨੋਲੋਜੀਜ਼ ਜੋ ਬੱਚੇ ਨੂੰ ਬੈਠਣ ਜਾਂ ਆਪਣੇ ਆਪ ਦੀ ਪੋਜੀਸ਼ਨ ਸੈੱਟ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ ਉਹਨਾਂ ਨੂੰ ਆਪਾਂ ਸੀਟਿੰਗ ਐਂਡ ਪੋਜੀਸ਼ਨਿੰਗ ਏਡਸ ਕਹਿੰਦੇ ਹਾਂ। ਦੈਨ ਵੀ ਹੈਵ ਵਿਜ਼ੂਅਲ ਏਡਸ। ਅਗੇਨ ਜਿਵੇਂ ਨਾਮ ਕਲੀਅਰ ਹੈ ਪਿੱਛੇ ਆਪਾਂ ਹੀਅਰਿੰਗ ਏਡਸ ਕੀਤੀਆਂ ਸੀ। ਇਹ ਵਿਜ਼ੂਅਲ ਏਡਸ ਕਿਹਨਾਂ ਲਈ ਹੋਣਗੀਆਂ ਜਿਹੜੇ ਬੱਚੇ ਦੇਖ ਨਹੀਂ ਪਾਉਂਦੇ। ਇਹਦੇ 'ਚ ਤੁਹਾਡੇ ਕੋਲ ਆਉਂਦੀਆਂ ਨੇ ਟਾਕਿੰਗ ਡਿਕਸ਼ਨਰੀਜ਼, ਟੇਪ ਪਲੇਅਰਸ, ਰਿਕਾਰਡਰਸ। ਦੈਨ ਲਾਰਜ ਪ੍ਰਿੰਟਸ ਬੜੇ ਸਿੰਪਲ ਹੈ। ਇਹਦੇ 'ਚ ਆਪਾਂ ਵੱਡੇ ਪ੍ਰਿੰਟਸ ਜੇ ਆਪਾਂ ਬੱਚੇ ਨੂੰ ਨੋਰਮਲੀ ਦਿਖਦਾ ਤਾਂ ਬਟ ਲੋ ਵਿਜ਼ਨ ਹੈ ਤਾਂ ਆਪਾਂ ਪ੍ਰਿੰਟਸ ਵੱਡੇ ਕਰ ਸਕਦੇ ਹਾਂ। ਦੈਨ ਟਾਕਿੰਗ ਕੈਲਕੂਲੇਟਰਸ, ਕੈਲਕੂਲੇਟਰਸ ਜੋ ਆਨਸਰ ਨੂੰ ਬੋਲਦੇ ਨੇ ਜਾਂ ਜੋ ਤੁਸੀਂ ਤੁਹਾਡੇ ਬੋਲਣ ਨਾਲ ਹੀ ਇਨਪੁੱਟ ਵੀ ਕਰਦੇ ਨੇ। ਹੁਣ ਜਿਵੇਂ ਸਪੋਜ਼ ਜੇ ਤੁਸੀਂ ਇੱਥੇ ਦੇਖ ਰਹੇ ਹੋ ਦਿਸ ਇਜ਼ ਐਗਜ਼ਾਮਪਲ ਆਫ ਅ ਪ੍ਰਿੰਟਰ ਜਿਹੜਾ ਪ੍ਰਿੰਟ ਕਰਦਾ ਹੈ ਡਾਇਗਰਾਮਸ ਨੂੰ ਜਾਂ ਅਸਾਈਨਮੈਂਟ ਸ਼ੀਟਸ ਨੂੰ ਐਂਡ ਦੀਸ ਇਹ ਇੱਥੇ ਉੱਭਰੀਆਂ ਹੋਈਆਂ ਨੇ। ਸੋ ਜਿਹੜਾ ਬੱਚਾ ਇਸ ਬੱਚੇ ਦੀ ਤੁਸੀਂ ਜੇ ਫਿੰਗਰ ਪੋਜੀਸ਼ਨ ਦੇਖੋ ਤਾਂ ਸਮਝ ਵੀ ਆ ਰਿਹਾ ਕਿ ਉਹ ਫੀਲ ਕਰਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਉਸੇ ਤਰ੍ਹਾਂ ਦਿਸ ਅਸਾਈਨਮੈਂਟ ਬੁੱਕ 'ਚ ਤੁਸੀਂ ਦੇਖੋ ਦਿਸ ਡਾਇਗਰਾਮ, ਇਹ ਡਾਇਗਰਾਮ ਹੈ ਜਿਹੜਾ ਇਹ ਥੋੜ੍ਹਾ ਜਿਹਾ ਉੱਭਰਿਆ ਹੋਇਆ ਐਂਡ ਉਸ ਨਾਲ ਕੀ ਹੈ ਕਿ ਜਿਹੜਾ ਬਲਾਈਂਡ ਬੱਚਾ ਉਹ ਯੂਜ਼ ਕਰ ਸਕਦਾ। ਪਿੱਛੇ ਆਪਾਂ ਕੀਤਾ ਸੀ ਕੰਪਿਊਟਰ ਅਡੈਪਟੇਸ਼ਨ ਸੀ। ਇੱਥੇ ਦਿਸ ਇਜ਼ ਦੀ ਨੋਰਮਲ ਕੀਬੋਰਡ ਆਫ ਅ ਕੰਪਿਊਟਰ ਬਟ ਦੈਨ ਇਹ ਸਪੈਸ਼ਲ ਕੀਬੋਰਡ ਹੈ ਜਿਹਦੇ ਵਿੱਚ ਜੇ ਤੁਸੀਂ ਦੇਖ ਰਹੇ ਹੋਵੋਗੇ ਤਾਂ ਇਹ ਜਿਹੜੀਆਂ ਸਵਿਚਿਸ ਆ ਉੱਭਰੀਆਂ ਹੋਈਆਂ ਨੇ। ਸੋ ਦਿਸ ਕੈਨ ਬੀ ਯੂਜ਼ਡ ਬਾਈ ਬਲਾਈਂਡ ਪੀਪਲ। ਆਪਣੇ ਨੋਰਮਲ ਕੀਬੋਰਡਸ 'ਚ ਵੀ ਕਈ ਵਾਰ ਇੱਕ ਬਟਨ ਹੁੰਦਾ ਪੀ ਵਿਚ ਇਜ਼ ਡਿਫਰੈਂਟਲੀ ਪ੍ਰਿੰਟਡ। ਸੋ ਕੀਬੋਰਡ ਹੈਜ਼ ਬੀਨ ਮੇਡ ਕਿ ਸੋ ਦੈਟ ਉਸ ਇੱਕ ਬਟਨ ਦੇ ਨਾਲ ਬਾਕੀ ਕੀਬੋਰਡ ਨੂੰ ਵਿਜ਼ੂਅਲੀ ਇੰਪੇਅਰਡ ਬੱਚੇ ਸਮਝ ਸਕਦੇ ਨੇ। ਦੈਨ ਥੀਸ ਆਰ ਫਿਊ ਐਗਜ਼ਾਮਪਲਸ ਜੋ ਕਿ ਮਤਲਬ ਜਿਵੇਂ ਆਪਾਂ ਪਿੱਛੇ ਕੀਤਾ ਸੀ ਉਹ ਤਾਂ ਇੱਕ ਐਗਜ਼ਾਮਪਲ ਇਹ ਐਕਚੁਅਲ ਦੇ ਵਿੱਚ ਜਿੱਥੇ ਯੂਜ਼ ਹੋ ਰਹੀਆਂ ਨੇ ਥੀਸ ਕਾਈਂਡ ਆਫ ਪ੍ਰੋਡਕਟਸ ਹੈ ਜਾਂ ਐਪਸ ਹੈ। ਜਿਵੇਂ ਦਿਸ ਇਜ਼ ਡੋਟ ਇਜ਼ ਅ ਸਮਾਰਟ ਵਾਚ ਵਿਚ ਇਜ਼ ਬ੍ਰੇਲ ਸਮਾਰਟ ਵਾਚ। ਇਹ ਦੇਖੋ ਤੁਸੀਂ ਇਹਦੇ ਉੱਪਰ ਡੋਟਸ ਬਣੇ ਹੋਏ ਨੇ ਐਂਡ ਇਹ ਬ੍ਰੇਲ ਸੋ ਬਲਾਈਂਡ ਬੱਚਿਆਂ ਲਈ ਯੂਜ਼ ਹੁੰਦੀ ਹੈ। ਦੈਨ ਯੂ ਹੈਵ ਅ ਐਪ ਬਾਈ ਦ ਨੇਮ ਆਫ ਯੂਨੀ। ਇਫ ਯੂ ਸੀ ਇਹਦੇ 'ਚ ਕੀ ਕਰ ਰਿਹਾ ਦੇਖੋ ਦਿਸ ਚਾਈਲਡ ਇਜ਼ ਡੂਇੰਗ ਅ ਸਾਈਨ ਲੈਂਗੁਏਜ ਐਂਡ ਜੋ ਕਿ ਉਹਦੇ ਉੱਥੇ ਸੇਮ ਦਿਖ ਰਹੀ ਹੈ ਉਸਦੇ ਸਕਰੀਨ 'ਤੇ। ਐਂਡ ਸੋ ਵਟ ਦਿਸ ਐਪ ਡਜ਼ ਇਜ਼
ਕਿ ਜੋ ਬੱਚਾ ਇੱਥੇ ਸਾਇੰਸ ਕਰੇਗਾ ਉਹਨੂੰ ਰੀਡ ਕਰੇਗੀ ਐਂਡ ਉਹਨੂੰ ਟੈਕਸਟ ਦੇ ਵਿੱਚ ਚੇਂਜ ਕਰ ਦੇਗੀ। ਸੋ ਦਿਸ ਕੈਨ ਬੀ ਯੂਜ਼। ਦੈਨ ਸਿਮਿਲਰਲੀ ਵੀ ਹੈਵ ਟੋਕਟ। ਨਾउ ਟੋਕਟ ਇਜ਼ ਯੂਜ਼ਡ ਬਾਈ ਦੋਜ਼ ਪੀਪਲ ਹੂ ਹੈਵ ਕਮਿਊਨੀਕੇਸ਼ਨ ਪ੍ਰੋਬਲਮ। ਸੋ ਜਿਵੇਂ ਸਪੋਜ਼ ਇਹ ਬੱਚਾ ਸਿਰਫ ਆਪਣੀ बोल रहा है बट वो बोलता इस लेडी ਨੂੰ समझ नहीं आता। सो वॉट एवर द चाइल्ड स्पीक्स ये टैब के उपर देखो प्रिंट हो रहा है एंड देन दिस हेल्प्स द चाइल्ड इन कम्युनिकेशन। उसी तरह इफ यू सी नाउ दिस इज फिंगर रीडर। जिथे जिथे फिंगर जाएगी दिस रीडर विल रीड द बुक। सो अगेन फॉर ब्लाइंड पीपल दिस कैन बी यूज्ड। then we have Be My Eye। now these are simple apps जो ਆਪਾਂ ਨੂੰ ਫੋਨ ਤੇ ਮਿਲਦੀਆਂ ਨੇ। ਇਸ ਦੇ ਵਿੱਚ ਕੀ ਹੈ ਕਿ suppose now this is a network of volunteers। so just suppose if I am blind तो मैं ये ऐप डाउनलोड कर लूँ एंड I'll say Be My Eye ऐप ਦੇ ਵਿੱਚ ਜਾ ਕੇ। ਸੋ ਜਿਹੜੇ ਵੀ ਤੁਹਾਡੇ ਨੇੜੇ ਤੇੜੇ ਵਲੰਟੀਅਰਸ ਹੋਣਗੇ ਉਹਨਾਂ ਵਲੰਟੀਅਰਸ ਦੀ ਲਿਸਟ ਆ ਜੂਗੀ ਐਂਡ ਥੀਸ ਵਲੰਟੀਅਰਸ ਵਿਲ ਹੈਲਪ ਯੂ ਟੂ ਰੀਡ। ਸੋ ਸਿੰਪਲ ਜਿਵੇਂ ਆਪਾਂ ਕਹੀਏ कि सपोज आई वेंट टू अ मार्केट एंड मार्केट के ऊपर मैं एक जूस खरीदना है एंड जूस की एक्सपायरी डेट मेरे तो नहीं पढ़ हो रही। सो वॉट यू विल डू इज़ यू स्कैन दिस ਉਹਨੂੰ ਸਕੈਨ ਕਰਕੇ ਜਾਂ ਉਸ ਦੇ ਸਾਹਮਣੇ ਆਪਣਾ ਮੋਬਾਈਲ ਰੱਖ ਕੇ ਇਸ ਦੇ ਵਿੱਚ ਜੇ ਐਪ 'ਚ ਜੇ ਆਪਾਂ ਜਾਣਦੇ ਹਾਂ ਤਾਂ ਦਿਸ ਐਪ ਰੀਡਸ ਆਊਟ ਦਿਸ the expiry date of the product, right? and is the training ਦਿੱਤੀ ਜਾਂਦੀ ਹੈ how to use this app। then you have similarly ਜਿਵੇਂ ਇਹ blind ਬੰਦਿਆਂ ਲਈ ਉਸੇ ਤਰ੍ਹਾਂ ਤੁਹਾਡੇ ਕੋਲ ਹੈ ਟ੍ਰਾਂਸੀ। this is bit for deaf people ਜਿਨ੍ਹਾਂ ਨੂੰ ਸੁਣਦਾ ਨਹੀਂ ਹੈ। ਸੋ ਉਹਦੇ 'ਚ ਕੀ ਹੈ ਤੁਸੀਂ ਦੇਖੋ ਕਿ this is a normal ਤੁਹਾਨੂੰ ਦੇਖਣ ਨੂੰ ਇੱਕ normal chat room ਲੱਗ ਰਿਹਾ ਜਿਸ ਵਿੱਚ ਜਿਵੇਂ ਆਪਣੇ WhatsApp ਵਿੱਚ ਹੁੰਦਾ ਹਰ ਚੈਟ ਵਾਲੇ ਦਾ ਅਲੱਗ ਕਲਰ ਹੈ। but then this is has been done by deaf people। ਉਹਨਾਂ ਦੀ ਜਿਹੜੀ ਸਾਈਨ ਲੈਂਗੁਏਜ ਹੈ ਉਹਨੂੰ ਇਹ ਟੈਕਸਟ ਵਿੱਚ ਚੇਂਜ ਕਰ ਰਿਹਾ। then assist mi is again ਐਪ ਜਿਹਦੇ ਵਿੱਚ ਤੁਹਾਡੇ ਜਿੰਨੇ ਵੀ ਲੋਕ ਵਲੰਟੀਅਰਸ ਤੁਹਾਡੇ ਨੇੜੇ ਜੋ ਵੀ ਸਭ ਤੋਂ ਤੁਹਾਨੂੰ ਨੇੜੇ ਅਸਿਸਟੈਂਸ ਜਿਸ ਬੰਦੇ ਦੀ ਮਿਲ ਸਕਦੀ ਉਹਦਾ ਕੰਪਲੀਟ ਇਨਫੋਰਮੇਸ਼ਨ ਉਹਦੀ ਫੋਨ ਨੰਬਰ ਉਹਦਾ ਐਡਰੈਸ ਉੱਥੇ ਆ ਜਾਂਦਾ ਐਂਡ ਦਿਸ ਪਰਸਨ ਵਿਲ ਅਸਿਸਟ ਯੂ। ਨਾਓ ਦਿਸ ਇਜ਼ ਅ ਪ੍ਰੋਡਕਟ ਜੇ ਤੁਹਾਨੂੰ ਇਹਦੇ 'ਚ ਕੁਛ ਖਾਸ ਲੱਗ ਰਿਹਾ ਹੋਏਗਾ ਆਈ ਡੋਂਟ ਨੋ। ਦਿਸ ਇਜ਼ ਲਿਫਟਵੇਅਰ ਇਜ਼ ਅ इक्विपमेंट जिमें तुसी देखोगे this is comes under लिफ्टवेयर। एक कप है एक प्लेट है एंड फोक है या स्पून है। सो तीन चीज़ां होंदियां इस विच एंड दिस इज चार्जड। इनू आपां चार्ज करते हैं एंड दिस फोक हैल्प्स दी परसन टू होल्ड जिहदी ग्रिप ना बनदी होवे या हत्थ कंबदे रहिंदे होण उहनूं खाण दे विच हैल्प करदा। सो ये चार्ज होने तो बाद अपने हत्थ दा शेक है जिहड़ा उस नाल नहीं हिलूगा सो द परसन कैन ईट फूड। these are some products by this name only जो market which available है and which can be used for disabled people। then why is assistive technology क्यों use करनी है ਇਹਦੇ 'ਚ ਮੈਨੂੰ ਲੱਗਦਾ I don't need to explain these things but then still ਇਹਦੇ ਨਾਲ ਕੀ ਹੋਏਗਾ ਬੰਦਾ ਖੁਦ ਇੰਡੀਪੈਂਡੈਂਟ ਹੋ ਜਾਂਦਾ ਹੈ ਉਹਦੀ ਕਲਾਸ ਵਿੱਚ ਪਾਰਟੀਸਪੇਸ਼ਨ ਵੱਧ ਜਾਂਦੀ ਹੈ ਅਕੈਡਮਿਕ ਇੰਪਰੂਵਮੈਂਟ ਵੀ ਹੁੰਦੀ ਹੈ ਤੇ ਕਲਾਸਰੂਮ ਜਿਵੇਂ ਆਪਾਂ ਕਹਿੰਦੇ ਇੰਕਲੂਜਨ ਵੀ ਪੋਸੀਬਲ ਹੋ ਪਾਉਂਦੀ ਹੈ। then these are more personal to special children। ਜਿਵੇਂ ਇਹ ਨੋਰਮਲ ਕੰਪਿਊਟਰ ਨਹੀਂ ਹੈ ਇਹ ਉਹਨਾਂ ਬੱਚਿਆਂ ਲਈ ਹੀ ਬਣਿਆ ਹੋਇਆ ਕੰਪਿਊਟਰ ਹੈ ਤਾਂ ਓਬਵੀਅਸਲੀ ਉਹਨਾਂ ਦੀਆਂ ਲੋੜਾਂ ਨੂੰ ਜ਼ਿਆਦਾ ਅੱਛੀ ਤਰ੍ਹਾਂ ਹੈਲਪ ਕਰੇਗਾ ਐਂਡ ਫਿਰ ਨੋਰਮਲ ਤੇ ਸਪੈਸ਼ਲ ਬੱਚੇ ਦਾ ਜੋ ਵਿਚਲਾ ਗੈਪ ਹੈ ਉਹ ਕੰਪਲੀਟ ਹੋ ਜਾਂਦਾ ਹੈ। ਇਟ ਹੈਲਪ ਅਸ ਟੂ ਮੇਨਟੇਨ ਆਰ ਓਨ ਇੰਡੀਵਿਜੂਅਲ ਫੰਕਸ਼ਨਿੰਗ। ਬੰਦੇ ਨੂੰ ਆਪਣੇ ਆਪ ਨੂੰ ਵੀ ਲੱਗਦਾ ਕਿ ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਹੈ ਮੈਂ ਆਪਣਾ ਕੰਮ ਆਪ ਕਰ ਸਕੂੰ ਉਹਦੀ ਵੈਲਬੀਂਗ ਹੈ ਜਿਹੜੀ ਉਹ ਵੱਧਦੀ ਹੈ ਐਂਡ ਜਿਸ ਦੇ ਪੋਜ਼ੀਟਿਵ ਇੰਪੈਕਟਸ ਵੀ ਹੈ ਤੇ ਬ੍ਰੋਡਰ ਸੋਸ਼ਲ society ਲਈ ਵੀ this is better because everyone can earn and everyone is self sufficient। help us to live healthy productive independent life। education 'ਚ participate ਕਰਨ 'ਚ help ਕਰਦਾ ਜਿਹੜੀ ਨੀਡ ਹੈ ਫਾਰਮਲ ਹੈਲਥ ਜਾਂ ਸਪੋਰਟਿਵ ਸਰਵਿਸਿਜ਼ ਦੀ ਉਹ ਘੱਟ ਜਾਂਦੀ ਹੈ। ਨਹੀਂ ਤਾਂ ਜਿਸ ਸਪੋਜ਼ ਮੇਰੇ ਕੋਲ ਕੇਨ ਹੋਵੇਗੀ ਤਾਂ ਮੈਂ ਕੁਛ ਆਪਣਾ ਕੰਮ ਆਪ ਕਰ ਸਕਦੀ ਨਹੀਂ ਤਾਂ ਅਦਰਵਾਈਜ਼ ਹਮੇਸ਼ਾ ਤੁਹਾਨੂੰ ਇੱਕ ਅਸਿਸਟੈਂਸ ਦੀ ਲੋੜ ਹੋਊਗੀ ਉਹ ਸਰਵਿਸ ਘੱਟ ਜਾਂਦੀ ਹੈ। ਦੈਨ ਇਹ ਕੁਛ ਐਗਜ਼ਾਮਪਲਸ ਵੀ ਹੈ ਜਿੱਥੇ ਦਿੱਤੀਆਂ ਗਈਆਂ ਕਿ ਜੇ ਆਪਾਂ ਪ੍ਰੋਪਰ ਯੂਜ਼ ਕਰੀਏ ਹੀਅਰਿੰਗ ਏਡਸ ਦੀ ਉਸ ਨਾਲ ਉਹਨਾਂ ਦੇ ਲੈਂਗੁਏਜ ਸਕਿੱਲਸ ਬੱਚਿਆਂ ਦੇ ਇੰਪਰੂਵ ਹੋਏ ਨੇ। ਵੀਲਚੇਅਰ ਯੂਜ਼ ਕਰਨ ਨਾਲ ਜਿਹੜੀ ਅਸੈਸ ਹੈ ਟੂ ਐਜੂਕੇਸ਼ਨ ਉਹ ਵੱਧ ਜਾਂਦੀ ਹੈ ਇੰਪਲੋਇਮੈਂਟ ਵੀ ਵੱਧ ਜਾਂਦੀ ਹੈ ਹੈਲਥ ਕੇਅਰ ਕੋਸਟ ਘੱਟ ਜਾਂਦੀ ਹੈ। 올ਡਰ ਪੀਪਲ ਦੇ ਹੈਵ ਕੰਟੀਨਿਊ ਟੂ ਲਿਵ ਹੋਮ ਇੰਡੀਪੈਂਡੈਂਟਲੀ ਉਹਨਾਂ ਨੂੰ ਕਿਸੇ ਦੀ ਡਿਪੈਂਡੈਂਸ ਦੀ ਲੋੜ ਨਹੀਂ। ਉਸੇ ਤਰ੍ਹਾਂ ਥੈਰੋਪੈਟਿਕ ਫੁੱਟਵੇਅਰ ਹੈ ਜੋ ਡਾਇਬਟੀਜ਼ ਦੇ ਵਿੱਚ ਜਿਹਨੂੰ ਐਥਲੈਟਿਕ ਫੁੱਟ ਹੋ ਜਾਂਦਾ ਹੈ ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਡਾਇਬਟਿਕ ਬੰਦੇ ਦੇ ਪੈਰ ਬਹੁਤ ਜ਼ਿਆਦਾ ਜਲਦੀ ਅਲਸਰਸ ਹੋ ਜਾਂਦੇ ਨੇ ਉੱਥੇ ਯੂਜ਼ ਹੁੰਦਾ ਐਂਡ ਦਿਸ ਹੈਲਪਸ ਨਹੀਂ ਤਾਂ ਅਦਰਵਾਈਜ਼ ਉਹਨਾਂ ਦੇ ਉਹ ਲੱਤ ਨੂੰ ਕੱਟਣਾ ਪੈਂਦਾ ਬਟ ਦੈਨ ਦਿਸ ਹੈਲਪਸ ਦੈਮ ਟੂ ਲੀਡ ਅ ਨੋਰਮਲ ਲਾਈਫ। So thank you. This is all about assistive technologies and I think concepts must be clear to you and this is how we can use assistive technology in our inclusive school. Thank you.